ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਜ਼ਾਦ ਪੋਸਟ ਪੰਜਾਬੀ ਤੇ ਮੈਂ ਜੀ ਐਸ ਆਜ਼ਾਦ। ਅੱਜ ਆਜ਼ਾਦ ਪੋਸਟ ਪੰਜਾਬੀ ਦੀ ਟੀਮ ਪਹੁੰਚੀ ਹੈ ਐਸਐਸਪੀ ਦਫ਼ਤਰ ਹੁਸ਼ਿਆਰਪੁਰ, ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੁਆਰਾ ਇੱਕ ਕੰਪਲੇਂਟ ਦਰਜ ਕਰਵਾਈ ਗਈ ਹੈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਨਾਂ ਦੇ ਖਿਲਾਫ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ। ਅੱਜ ਇੱਥੇ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਜਿਹੜੇ ਆ ਅਹੁਦੇਦਾਰ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਨੇ, ਜਿਨ੍ਹਾਂ ਦੁਆਰਾ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਇੱਕ ਕੰਪਲੇਂਟ ਦਰਜ ਕਰਾਈ ਗਈ ਹੈ। ਸੋ ਮੈਂਬਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕੀ ਕਾਰਨ ਹੈ ਕਿ ਅੱਜ ਇਹ ਕੰਪਲੇਂਟ ਇੱਥੇ ਦਰਜ ਕਰਾਈ ਗਈ ਹੈ। ਮੇਰੇ ਨਾਲ ਇਸ ਟਾਈਮ ਮੌਜੂਦ ਨੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪੰਜਾਬ ਵਾਈਸ ਪ੍ਰਧਾਨ ਬਿੰਦਰ ਸਰੋਆ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰੋਆ ਸਾਹਿਬ, ਅੱਜ ਤੁਸੀਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹੋ, ਕੰਪਲੇਂਟ ਦਰਜ ਕਰਾਈ ਹੈ, ਕੀ ਕਾਰਨ ਹੈ ਕਿ ਅੱਜ ਤੁਸੀਂ ਇਹ ਇੱਥੇ ਕੰਪਲੇਂਟ ਦਰਜ ਕਰਾਈ ਹੈ? ਸਰ, ਮੁੱਦਾ ਕੋਈ ਛੋਟਾ ਨਹੀਂ ਹੈਗਾ। ਆਏ ਦਿਨ ਸਾਡੇ ਜੋ ਧਰਮ ਗੁਰੂ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਜਿਸ ਤਰ੍ਹਾਂ ਦਾ ਹੁਣ ਉਹਨਾਂ ਦਾ ਪ੍ਰਕਾਸ਼ ਦਿਹਾੜਾ 644ਵਾਂ ਗਿਆ, ਔਰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਬਹੁਤ ਸਾਰੇ ਏਰੀਏ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਨਾਲ ਛੇੜਖਾਨੀ ਕੀਤੀ ਗਈ ਆ। ਹੁਣ ਸੰਤ ਜਰਨੈਲ ਸਿੰਘ ਢਿੰਡਰੀਆਂ ਵਾਲਾ ਜਿਹੜਾ ਆ, ਇਹਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ YouTube ਚੈਨਲ ਦੇ ਆਧਾਰ ਤੋਂ ਇੱਕ ਇਹਨੇ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਆ, ਔਰ ਉਹਨਾਂ ਦੇ ਸਿਰ 'ਤੇ ਪਗੜੀ ਬੰਨ੍ਹ ਕੇ ਦਸਤਾਰ ਸਜਾ ਕੇ ਉਹਨਾਂ ਦਾ ਇੱਕ ਸਰੂਪ ਵਿਗਾੜਿਆ। ਪਰ ਅਸੀਂ ਇਹ ਚੀਜ਼ ਜਿਹੜੀ ਆ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਗੁਰੂ ਰਹਿਬਰ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ, ਕਿਉਂਕਿ ਸਾਡੀ ਜੋ ਵਿਚਾਰਧਾਰਾ ਆ, ਜੋ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਆ, ਉਹ ਸਾਂਝੇ ਮਾਧਿਅਮ ਨੂੰ ਲੈ ਕੇ ਚੱਲੀ ਆ। ਹਰੇਕ ਉਹਦੇ ਵਿੱਚ ਕਮਿਊਨਿਟੀ ਨੂੰ ਨਾਲ ਜੋੜਿਆ ਆ। ਪਰ ਇਹ ਜਿਹੜੇ ਕੁਛ ਸ਼ਰਾਰਤੀ ਅਨਸਰ ਆ, ਜੋ ਮਾਨਸਿਕ ਤੌਰ 'ਤੇ, ਜਾਂ ਮੈਂ ਇਹਨਾਂ ਨੂੰ RSS ਦੇ ਏਜੰਟ ਕਹਾਂ, ਇਹ ਉਹ ਲੋਕ ਆ ਜੋ ਸਾਨੂੰ ਲੋਕਾਂ ਨੂੰ ਪਾੜਨਾ ਚਾਹੁੰਦੇ ਆ। ਕਿ ਜਦ ਅਸੀਂ 42-43 ਸਾਲ ਦੀ ਉਮਰ ਤੱਕ, ਮੈਂ ਅੱਜ ਤੱਕ ਉਹਨਾਂ ਦੇ ਸਿਰ 'ਤੇ ਕੋਈ ਦਸਤਾਰ ਨਹੀਂ ਦੇਖੀ, ਪਗੜੀ ਨਹੀਂ ਦੇਖੀ, ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਉਂ ਇੱਦਾਂ ਦੀਆਂ ਕੋਝੀਆਂ ਹਰਕਤਾਂ ਕਰਦੇ ਆ ਜੋ ਸਮਾਜ ਨੂੰ ਪਾੜਨ ਲਈ ਕਰ ਰਹੇ ਆ? ਜੇ ਅੱਜ ਇਹਨਾਂ ਨੂੰ ਗੱਲ ਕਰਨੀ ਆ ਤੇ ਗੱਲ ਕਰਨ ਕਿਸਾਨ ਦੇ ਮੁੱਦਿਆਂ 'ਤੇ। ਜਾਓ, ਉੱਥੇ ਬੈਠੇ ਆ ਦਿੱਲੀ ਦੇ ਵਿੱਚ, ਉਹਨਾਂ ਦੇ ਕੁਛ ਉਹਨਾਂ ਦੇ ਹੱਕ ਦੇ ਵਿੱਚ ਬੋਲੋ, ਜਿਹੜੇ ਕਿਸਾਨ ਭਰਾ ਉੱਥੇ 6-7 ਮਹੀਨਿਆਂ ਤੋਂ ਬੈਠੇ ਆ। ਪਰ ਇਹਨਾਂ ਨੂੰ ਕੀ ਲੋੜ ਆ? ਇਹ ਕਰਦੇ ਕਿ ਅਸੀਂ ਕਿਸ ਤਰ੍ਹਾਂ ਸੁਰਖੀਆਂ 'ਚ ਪਾਈਏ, ਕਿਉਂਕਿ ਹੁਣ ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਇਸ ਲਈ ਇਹ ਵਿਵਾਦਤ ਇੱਦਾਂ ਦੀਆਂ ਘਟਨਾਵਾਂ ਖੜੀਆਂ ਕਰਕੇ ਇਹ ਜਿਹੜੇ ਲੋਕ ਆ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਂਦੇ ਆ। ਪਰ ਰਵਿਦਾਸੀਆ ਸਮਾਜ ਔਰ ਗੁਰੂ ਰਵਿਦਾਸ ਟਾਈਗਰ ਫੋਰਸ ਇਹ ਕਦੀ ਬਰਦਾਸ਼ਤ ਨਹੀਂ ਕਰੂਗੀ। ਸਾਂਝੇ ਸੰਦੇਸ਼ ਨੂੰ ਲੈ ਕੇ ਗੁਰੂ ਰਵਿਦਾਸ ਮਹਾਰਾਜ ਚੱਲੇ ਸੀਗੇ, ਅਸੀਂ ਵੀ ਸਾਂਝੇ ਮੈਸੇਜ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਵਨਾ ਔਰ ਲੋਕਾਂ ਦੀਆਂ ਜਿਹੜੀਆਂ ਉਹਨਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨਾਲ ਜੋੜਦੇ ਹਾਂ ਔਰ ਜੋੜਦੇ ਰਵਾਂਗੇ। ਪਰ ਇਸ ਤਰ੍ਹਾਂ ਦੇ ਇਹ ਲੋਕਾਂ ਨੂੰ ਬਖਸ਼ਿਆ ਨਹੀਂ ਜਾਊਗਾ ਜੇ ਮਾਫੀ ਨਾ ਮੰਗੀ। ਸਰੋਆ ਸਾਹਿਬ, ਇੱਕ ਵੀਡੀਓ ਇਹਨਾਂ ਦੀ ਬਾਅਦ ਵਿੱਚ ਵੀ ਵਾਇਰਲ ਹੋਈ ਹੈ ਕਿ ਜਿਹੜੀ ਪੱਗ ਵਾਲੀ ਫੋਟੋ ਵਾਇਰਲ ਕੀਤੀ ਹੈ ਰਵਿਦਾਸ ਮਹਾਰਾਜ ਦੀ, ਉਹਦੇ ਵਿੱਚ ਉਹਨਾਂ ਨੂੰ ਰਿਸਪੈਕਟ ਦਿੱਤੀ ਗਈ ਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਗਿਆ ਜਦੋਂ ਉਹਨਾਂ ਦੀ ਮਾਲਾ ਵਾਲੀ ਜਾਂ ਟਿੱਕਾ ਲਗਾ ਕੇ ਮੱਥੇ ਦੇ ਉੱਤੇ ਉਦੋਂ ਫੋਟੋਆਂ ਦੇਖਦੇ ਆ, ਉਹਦੇ ਉੱਤੇ ਕਿਉਂ ਨਹੀਂ ਤੁਸੀਂ ਟਿੱਕਾ ਟਿੱਪਣੀ ਕੀਤੀ, ਅੱਜ ਹੀ ਕਿਉਂ ਕੀਤੀ ਜਾ ਰਹੀ ਹੈ? ਸਰ ਦੇਖੋ, ਜੋ ਉਹਨਾਂ ਨੇ ਪਹਿਲਾਂ ਕੀਤੇ ਆ, ਜਿਸ ਤਰ੍ਹਾਂ ਟਿੱਕਾ ਲਗਾਇਆ, ਗਲ ਵਿੱਚ ਮਾਲਾ ਪਾਇਆ, ਇਹ ਇੱਕ RSS ਔਰ ਮਨੂਵਾਦੀ ਵਿਚਾਰਧਾਰਾ ਸੀਗੀ। ਪਰ ਉਸ ਦੇ ਖਿਲਾਫ ਵੀ ਜਦੋਂ ਸਾਡੇ ਸਮਾਜ ਨੇ, ਰਹਿਬਰਾਂ ਨੇ, ਕਿਉਂਕਿ ਉਹਨਾਂ ਨੂੰ ਉਨੀ ਨਹੀਂ ਸੂਝ ਸੀ, ਉਹਨਾਂ ਨੇ ਨਹੀਂ ਉਸ ਚੀਜ਼ ਦੇ ਉੱਤੇ ਜਿਹੜਾ ਉਹ ਕੋਈ ਗੱਲ ਕੀਤੀ। ਪਰ ਅਸੀਂ ਤਾਂ ਕੁਛ ਪੜ੍ਹੇ ਲਿਖੇ ਆ ਨਾ, ਸਾਨੂੰ ਤਾਂ ਪਤਾ ਲੱਗਦਾ ਨਾ ਸਾਡੀ ਵਿਚਾਰਧਾਰਾ ਕੀ ਆ, ਸਾਡੇ ਰਹਿਬਰ ਸਾਨੂੰ ਕੀ ਸੰਦੇਸ਼ ਦਿੰਦੇ ਸੀਗੇ। ਅਸੀਂ ਉਸ ਸੰਦੇਸ਼ ਦੇ ਤਹਿਤ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਕਿ ਉਹ ਚੀਜ਼ ਨੂੰ ਦੁਬਾਰਾ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਜੇ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਨਾਲ ਛੇੜਛਾੜ ਹੋਈ ਤੇ ਅਸੀਂ ਬਖਸ਼ਾਂਗੇ ਨਹੀਂ ਇਹਨੂੰ। ਵੀਰ ਜੀ, ਅਕਸਰ ਦੇਖਦੇ ਹਾਂ ਅਸੀਂ ਕਿ ਹੋਰ ਵੀ ਜਿਹੜੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਉਹਨਾਂ ਦੀਆਂ ਫੋਟੋਆਂ ਨਾਲ ਵੀ ਅਕਸਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਕੀ ਤੁਸੀਂ ਸਿਰਫ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਇਸ ਫੋਟੋ ਨਾਲ ਜਿਹੜੀ ਬੇਅਦਬੀ ਹੋਈ ਆ ਉਹਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰੋਗੇ, ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਵੀ ਤੁਹਾਡੀ ਜਿਹੜੀ ਟਾਈਗਰ ਫੋਰਸ ਹੈ ਉਹ ਇਸੇ ਤਰੀਕੇ ਨਾਲ ਜਿਹੜੀ ਆ ਵਚਨਬੱਧ ਰਹੇਗੀ? ਦੇਖੋ, ਇਹ ਜਿੱਦਾਂ ਹੁਣ ਇਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਆ ਵਿਚਾਰਧਾਰਾ, ਉਹਨਾਂ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਆ, ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਹੋਰ ਇੱਦਾਂ ਦੀਆਂ ਘਟਨਾਵਾਂ ਹੋਣਗੀਆਂ, ਹਰੇਕ ਧਰਮ ਦੇ ਨਾਲ ਹੋ ਸਕਦੀਆਂ। ਕੱਲ੍ਹ ਨੂੰ ਇਹ ਨਹੀਂ ਹੋ ਸਕਦਾ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਆ ਸਿਰ ਦੇ ਉੱਤੇ ਦਸਤਾਰ ਨੂੰ ਲਾ ਕੇ ਜਾਂ ਉਹਦੇ 'ਤੇ ਟੋਪੀ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਕੀਤੀ ਜਾ ਸਕਦੀ ਹੈ, ਜਾਂ ਕੋਈ ਦੇਵੀ ਦੇਵਤੇ ਉਹਨਾਂ ਦੇ ਨਾਲ ਕੀਤੀ ਜਾ ਸਕਦੀ ਹੈ। ਪਰ ਗੁਰੂ ਰਵਿਦਾਸ ਟਾਈਗਰ ਫੋਰਸ ਦਾ ਇਹੀ ਮੈਸੇਜ ਆ ਕਿ ਉਹ ਕਿਸੇ ਵੀ ਧਰਮ ਦੇ ਨਾਲ ਕੋਈ ਉਹਨੂੰ ਇੱਦਾਂ ਦੀ ਗੱਲਬਾਤ ਨਹੀਂ, ਉਹ ਸਾਰਿਆਂ ਦੇ ਸਾਂਝਾ ਮੈਸੇਜ ਲੈ ਕੇ ਜਾਂਦੀ ਆ ਔਰ ਹਰੇਕ ਧਰਮ ਦੇ ਨਾਲ ਖੜੀ ਆ। ਇਹ ਨਹੀਂ ਕਿ ਇਕੱਲਾ SC ਔਰ ਰਵਿਦਾਸੀਆ ਸਮਾਜ ਆ ਅਤੇ ਉਹਦੇ ਲਈ ਖੜੀ ਆ, ਨਹੀਂ।
ਉਹ ਸਾਰਿਆਂ ਲਈ ਖੜੀ ਆ। ਜੇ ਕਿਸੇ ਦੇ ਵੀ ਦੇਵੀ ਦੇਵਤੇ ਦੇ ਨਾਲ ਇਦਾਂ ਦੀ ਕੋਈ ਹਰਕਤ ਹੁੰਦੀ ਆ, ਗੁਰੂ ਰਵਿਦਾਸ ਟਾਈਗਰ ਫੋਰਸ ਪਹਿਲੇ ਆਧਾਰ ਤੇ ਉਹਨਾਂ ਦੇ ਨਾਲ ਖੜੀ ਹੋਵੇਗੀ। ਮੈਂ ਤਾਂ ਇੱਕ ਹੋਰ ਗੱਲ ਕਰੀ ਚਾਹਾਂ, ਤੁਹਾਡੀ ਗੱਲ ਵਿੱਚੋਂ ਗੱਲ ਮੈਂ ਫੜ ਰਿਹਾ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਸਿੱਖ ਗੁਰੂ ਸਾਹਿਬਾਨ ਦੇ ਨਾਲ ਇਦਾਂ ਦੀ ਕੁਝ ਹੀ ਹਰਕਤ ਕੀਤੀ ਜਾਂਦੀ ਹੈ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਉੱਥੇ ਸੋਧਾ ਲਾਉਣ ਵਾਸਤੇ ਵੀ ਪਹੁੰਚ ਜਾਂਦੀਆਂ ਨੇ, ਉੱਥੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਂਦੀ ਹੈ। ਤੁਸੀਂ ਅੱਜ ਕਾਨੂੰਨ ਦਾ ਸਹਾਰਾ ਲੈ ਰਹੇ ਹੋ, ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਇਹ ਕਾਨੂੰਨ ਆ, ਸੰਵਿਧਾਨ ਆ, ਉਹ ਸਾਡੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ ਲਿਖਿਆ ਹੋਇਆ ਹੈ। ਠੀਕ ਆ, ਅਸੀਂ ਉਹਨਾਂ ਦੇ ਬੱਚੇ ਆ। ਜੇ ਅਸੀਂ ਉਹਨਾਂ ਦੇ ਕਾਨੂੰਨ ਨੂੰ ਤੋੜ ਕੇ ਅੱਗੇ ਜਾ ਕੇ ਇਦਾਂ ਦੀਆਂ ਹਰਕਤਾਂ ਕਰਾਂਗੇ ਜਾਂ ਅਸੀਂ ਸੋਧਾ ਲਾਵਾਂਗੇ ਕਾਨੂੰਨ ਨੂੰ ਛੱਡ ਕੇ, ਤੇ ਉਹ ਤਾਂ ਫਿਰ ਸਾਡੇ ਬਾਬਾ ਸਾਹਿਬ ਦੀ ਬੇਅਦਬੀ ਆ ਨਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੇ ਅੰਦਰ ਰਹਿ ਕੇ ਹੀ, ਉਹ ਜਿਹੜਾ ਕਾਨੂੰਨ ਦੇ ਵਿੱਚ ਰਹਿ ਕੇ ਹੀ ਅਸੀਂ ਉਹ ਕੰਮ ਕਰੀਏ, ਕਾਨੂੰਨ ਦਾ ਸਹਾਰਾ ਲੈ ਕੇ ਕਰੀਏ। ਬਾਬਾ ਸਾਹਿਬ ਨੇ ਵੀ ਜਿਹੜੀ ਲੜਾਈ ਲੜੀ ਆ, ਉਹ ਕਾਨੂੰਨ ਦੇ ਆਧਾਰ ਤੇ ਹੀ, ਕਲਮ ਦੇ ਆਧਾਰ ਤੇ ਹੀ ਲੜੀ ਆ। ਅਸੀਂ ਵੀ ਉਸੇ ਤਰ੍ਹਾਂ ਬਾਬਾ ਸਾਹਿਬ ਦੇ ਸੰਵਿਧਾਨ ਦਾ ਜੋ ਸਹਾਰਾ ਲੈ ਕੇ ਇਹ ਲੜਾਈ ਲੜਨਾ ਚਾਹੁੰਦੇ ਹਾਂ। ਜਿਹਦੇ ਉੱਤੇ ਪੁਖਤਾ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੀ ਇੱਥੇ ਤੱਕ ਹੀ ਸੀਮਿਤ ਰਹੇਗਾ ਜਾਂ ਇਹਨੂੰ ਹੋਰ ਵੱਡੇ ਲੈਵਲ ਤੇ ਜਾ ਕੇ ਲੈ ਕੇ ਜਾਣ ਦਾ ਵੀ ਤੁਹਾਡਾ ਕੋਈ ਇਰਾਦਾ ਹੈ? ਜ਼ਰੂਰ। ਦੇਖੋ, ਪੰਜਾਬ ਦੇ ਵਿੱਚ ਨਹੀਂ, ਸਾਡੀ ਜਿਹੜੀ ਫੋਰਸ ਆ ਇਹ ਹੈਗੀ ਆ ਆਲ ਇੰਡੀਆ ਰਜਿਸਟਰ। ਠੀਕ ਆ, ਔਰ ਇਹ ਪਹਿਲੀ ਤਾਂ ਗੱਲ ਇਹ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੁਹਿੰਮ ਸ਼ੁਰੂ ਹੋਊਗੀ, ਔਰ ਅੱਜ ਤੱਕ ਜਿੰਨੇ ਵੀ ਇਦਾਂ ਦੇ ਕੰਮ ਹੋਏ ਆ ਹੁਸ਼ਿਆਰਪੁਰ ਤੋਂ ਹੀ ਸ਼ੁਰੂ ਹੋਏ ਆ। ਉਹਨਾਂ ਨੇ ਹੁਸ਼ਿਆਰਪੁਰ ਤੋਂ ਹੀ ਕਾਫਲਾ ਕੱਢਿਆ, ਚਾਹੇ ਉਹ EVM ਦਾ ਹੋਵੇ, ਚਾਹੇ ਉਹ ਕਿਸੇ ਧਾਰਮਿਕ ਦਾ ਹੋਵੇ, ਚਾਹੇ ਉਹ ਕਿਸੇ ਬੱਚੀ ਦੇ ਰੇਪ ਦਾ ਹੋਵੇ, ਔਰ ਹੁਸ਼ਿਆਰਪੁਰ ਤੋਂ ਹੀ ਪਹਿਲਾਂ ਉਹ ਜਿਹੜੀ ਆ ਇਹਦੇ ਉੱਤੇ ਵਿਰੋਧ ਕੀਤਾ ਗਿਆ। ਔਰ ਹੁਸ਼ਿਆਰਪੁਰ ਤੋਂ ਸ਼ੁਰੂ ਹੁੰਦਾ 22 ਜ਼ਿਲ੍ਹਿਆਂ ਦੇ ਵਿੱਚ, ਉਹ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਜਿਹੜਾ ਇਹ ਰੋਸ ਮਾਰਚ ਕੀਤਾ ਜਾਊਗਾ। ਅੱਜ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਸ ਵਾਰ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਉਹ ਜਿਹੜਾ ਦੋਸ਼ੀਆਂ ਨੂੰ ਜੋ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ, ਔਰ ਸਾਨੂੰ ਇਹਦਾ ਬਣਦਾ ਹੱਕ ਲੈ ਕੇ ਦਿੱਤਾ ਜਾਵੇ, ਔਰ ਇਸ ਢਿੰਡਰੀਆਂ ਵਾਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਔਰ ਇਹਨੂੰ ਮਾਫੀ ਮੰਗਣੀ ਚਾਹੀਦੀ ਆ। ਜੇ ਨਹੀਂ ਮਾਫੀ ਮੰਗਦਾ ਫਿਰ ਸਾਡੀ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ, ਜਿਹੜੀ ਅਸੀਂ ਜੋ ਅੰਦੋਲਨ ਕਰਨਾ ਉਹ ਪੂਰੇ ਪੰਜਾਬ ਵੱਡੇ ਲੈਵਲ ਤੇ ਕੀਤੀ ਜਾਊਗੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ। ਸੋ ਇਹ ਸਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵਾਈਸ ਪ੍ਰਧਾਨ, ਜਿਨ੍ਹਾਂ ਨੇ ਆਪਣੀ ਸਾਰੀ ਗੱਲਬਾਤ ਆਪਣਾ ਸ਼ੇਅਰ ਕੀਤੀ ਹੈ, ਜਿਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਕਾਨੂੰਨ ਦਾ ਸਹਾਰਾ ਲਵਾਂਗੇ ਇਹਦੇ ਵਿੱਚ। ਸੋ ਸੰਤ ਢੱਡਰੀਆਂ ਵਾਲੇ ਜਿਹੜੇ ਕਿ ਅਕਸਰ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਕੰਟਰੋਵਰਸੀਜ਼ ਦੇ ਨਾਲ ਜਿਨ੍ਹਾਂ ਦਾ ਨਾਤਾ ਰਹਿੰਦਾ ਹੈ, ਜਾਂ ਹੋਰ ਇੱਕ ਕੰਟਰੋਵਰਸੀ ਉਹਦੇ ਨਾਲ ਜੁੜੀ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਕੀਤੀ ਗਈ ਜਿਹੜੀ ਅੱਜ ਕੰਪਲੇਂਟ ਹੈ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਅੱਗੇ ਇਹ ਕੇਸ ਜਿਹੜਾ ਹੈ ਉਹ ਕੀ ਮੋੜ ਲੈਂਦਾ ਹੈ। ਸੋ ਤਦ ਤੱਕ ਜੁੜੇ ਰਹੋ ਆਜ਼ਾਦ ਪੋਸਟ ਪੰਜਾਬੀ ਦੇ ਨਾਲ। ਮੈਂ ਜੀ ਆਜ਼ਾਦ, ਬਦਲਦੇ ਪੰਜਾਬ ਦੀ ਬੁਲੰਦ ਆਵਾਜ਼। ਸੋ ਦੋਸਤੋ, ਜਿੱਥੇ ਅੱਜ ਜ਼ਿਲ੍ਹਾ ਪੱਧਰ ਦੇ ਉੱਤੇ SSP ਦਫ਼ਤਰ ਹੁਸ਼ਿਆਰਪੁਰ ਵਿਖੇ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਉੱਥੇ ਹੀ ਅੱਜ ਬਲਾਕ ਪੱਧਰ ਦੇ ਉੱਤੇ ਵੀ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਕਾਲਾ ਦੀ ਅਗਵਾਈ ਹੇਠ ਇੱਕ ਵਫਦ ਜਿਹੜਾ ਆ ਉਹ SHO ਦਸੂਹਾ ਨੂੰ ਮਿਲਣ ਵਾਸਤੇ ਪਹੁੰਚਾ, ਜਿੱਥੇ ਉਹਨਾਂ ਦੁਆਰਾ ਇੱਕ ਮੰਗ ਪੱਤਰ ਵੀ SHO ਦਸੂਹਾ ਨੂੰ ਸਪੁਰਦ ਕੀਤਾ ਗਿਆ, ਜਿਸ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸੋ ਮੈਂਬਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਉਂ ਅੱਜ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਸਾਰੇ ਮੇਰੇ ਸਰੋਤਿਆਂ ਨੂੰ, ਸਾਥੀਆਂ ਨੂੰ, ਵੀਰਾਂ ਨੂੰ ਮੇਰੇ ਵੱਲੋਂ ਜਾਣੀ ਕਿ ਇੰਦਰਜੀਤ ਕਾਲਾ ਦਸੂਹਾ ਪ੍ਰੈਜ਼ੀਡੈਂਟ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਅੱਜ ਦਾ ਇਹ ਮੰਗ ਪੱਤਰ ਜਿਹੜਾ ਆ ਕਿ ਇਹ ਢੱਡਰੀਆਂ ਵਾਲਾ ਜਿਹੜਾ ਸੰਤ ਆ ਉਸ ਨੇ ਮਹਾਰਾਜ ਦੇ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਨਾਲ ਬੇਅਦਬੀ ਕੀਤੀ, ਛੇੜਖਾਨੀ ਕੀਤੀ, ਅਤੇ ਉਸ ਰਿਗਾਰਡਿੰਗ ਵਿੱਚ ਅਸੀਂ SSP ਦਫ਼ਤਰ ਹੁਸ਼ਿਆਰਪੁਰ ਜ਼ਿਲ੍ਹੇ ਲੈਵਲ 'ਤੇ ਮੰਗ ਪੱਤਰ ਦੇ ਗਏ, ਔਰ ਅਸੀਂ ਆਪਣੀ ਫੋਰਸ ਵੱਲੋਂ ਦਸੂਹੇ ਵਿਖੇ SHO ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਕਿ ਅਸੀਂ ਇਹ ਜਿਹੜੀ ਬੇਅਦਬੀ ਗੁਰੂ ਮਹਾਰਾਜ ਦੀ ਹੋਈ ਆ ਇਹ ਬਰਦਾਸ਼ਤ ਨਹੀਂ ਕਰਾਂਗੇ, ਔਰ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਔਰ ਉਹ ਇਸ ਬੇਅਦਬੀ ਜਿਹੜੀ ਉਹਨੂੰ ਕੀਤੀ ਆ ਉਹਦੇ ਰਿਗਾਰਡਿੰਗ ਇਹ ਮਾਫੀ ਮੰਗੇ, ਨਹੀਂ ਤਾਂ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਅਸੀਂ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਅਸੀਂ ਕੋਈ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਸਾਰਾ ਕੰਮ ਕਰੀਦਾ ਆ, ਕਿਉਂਕਿ ਅਸੀਂ ਸੰਵਿਧਾਨ ਦੇ ਪ੍ਰਤੀ ਹੀ ਚੱਲੀਦਾ, ਬਾਬਾ ਸਾਹਿਬ ਨੂੰ ਅਸੀਂ ਫੋਲੋ ਕਰੀਦਾ ਕਿ ਅਸੀਂ ਸੰਵਿਧਾਨ ਦੇ ਪ੍ਰਤੀ ਹੀ ਸਾਰਾ ਕੰਮ ਕਰਨਾ ਆ, ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੰਮ ਕਰਨਾ ਆ। ਔਰ ਇਹ ਸਿਰਫ ਸਾਡੇ ਸਮਾਜ ਦੀ ਗੱਲ ਨਹੀਂ ਗੀ ਵੀ ਗੁਰੂ ਰਵਿਦਾਸ ਮਹਾਰਾਜ ਦੇ ਸਰੂਪ ਨਾਲ ਛੇੜਖਾਨੀ ਕੀਤੀ ਆ, ਇਹ ਸਾਡੀ ਇੱਕ ਉਹਨਾਂ ਸਾਰਿਆਂ ਨੂੰ ਸ਼ਰਾਰਤੀ ਅਨਸਰਾਂ ਨੂੰ ਇੱਕ ਸਖਤ ਚੇਤਾਵਨੀ ਆ ਉਹਨਾਂ ਅੱਗੇ ਵੀ ਉਹ ਕੱਲ੍ਹ ਨੂੰ ਕੋਈ ਵੀ ਕਿਸੇ ਵੀ ਧਰਮ ਦੇ ਪ੍ਰਤੀ, ਕਿਸੇ ਵੀ ਦੇਵੀ ਦੇਵਤੇ ਜਾਂ ਕਿਸੇ ਵੀ ਗੁਰੂ ਰਹਿਬਰ ਦੇ ਸ਼ਖਸੀਅਤ ਨਾਲ ਉਹਨਾਂ ਦੇ ਸਰੂਪ ਨਾਲ ਛੇੜਖਾਨੀ ਕਰਨਗੇ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਸਖਤ ਰੂਪ ਵਿੱਚ ਵੱਡੇ ਪੱਧਰ ਉੱਪਰ ਉਹਨਾਂ ਦਾ ਵਿਰੋਧ ਕਰੂਗੀ। ਔਰ ਅਸੀਂ ਤਾਂ ਸਿਰਫ ਇਹੀ ਹਰੇਕ ਅੱਗੇ ਇਹੀ ਬੇਨਤੀ ਰੱਖਣਾ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਰਹਿਬਰਾਂ ਨੇ, ਸ਼ਹੀਦਾਂ ਨੇ, ਸਾਡੇ ਗੁਰੂਆਂ ਪੀਰਾਂ ਨੇ ਜਿੰਨਾ ਮਾਨਵਤਾ, ਸਾਂਝੀ ਮਾਨਵਤਾ ਦਾ ਸੰਦੇਸ਼ ਦਿੱਤਾ ਆ, ਉਸ ਆਧਾਰ 'ਤੇ ਅਸੀਂ ਆਪਣੇ ਸਮਾਜ ਨੂੰ ਇਕਜੁੱਟ ਭਾਈਚਾਰਾ ਆਪਾਂ ਬਣਾਈ ਰੱਖੀਏ। ਜਿਹੜੇ ਸ਼ਰਾਰਤੀ ਅਨਸਰ, ਇਹਨਾਂ ਨੂੰ ਤਾਂ ਮੈਂ ਮੰਦ ਬੁੱਧੀ ਕਹੂੰਗਾ, ਜਿਹੜੇ ਕਿ ਇਹ ਸਾਡੇ ਸਾਂਝੇ ਭਾਈਚਾਰੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਆ,
ਔਰ ਇਹਨਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਪਹਿਲੇ ਤੇ ਮੇਰੇ ਸਾਰੇ ਸਾਥੀਆਂ ਨੂੰ ਜਸਪਾਲ ਬੱਦਨ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸਾਥੀਓ, ਇਹ ਜਿਹੜਾ ਕੰਮ ਹੋਇਆ ਹੈ ਤੁਹਾਡੇ ਸਾਹਮਣੇ ਹੈ ਕਿ ਇਹ ਇੱਕ ਸੁਲਝਿਆ ਹੋਇਆ ਇਨਸਾਨ ਹੈ, ਪਰ ਫਿਰ ਵੀ ਕੀ ਤੁਹਾਡੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਸੁਲਝਿਆ ਹੋਇਆ ਇਨਸਾਨ ਇਦਾਂ ਦੀ ਗਲਤੀ ਕਰ ਸਕਦਾ ਹੈ? ਨਹੀਂ, ਇਹ ਬਿਲਕੁਲ ਪਲਾਨ ਦੇ ਤਹਿਤ ਕੀਤਾ ਗਿਆ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਚੀਜ਼ ਨਾਲ ਰਵਿਦਾਸੀਆ ਧਰਮ ਦੇ ਵਿੱਚ ਰੋਸ ਫੈਲਣਾ ਵਾ ਤੇ ਤੁਹਾਡੇ ਮਨਾਂ ਨੂੰ ਸੱਟ ਵੱਜਣੀ ਆ। ਇਹ ਸਾਰਾ ਕੁਝ ਜਾਣਦੇ ਹੋਏ ਉਹਨੇ ਜਾਣਬੁੱਝ ਕੇ ਇਹ ਕੰਮ ਕੀਤਾ ਹੈ ਤੇ ਆਪਾਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਅਗਰ ਜੇ ਕੋਈ ਅਹਿੰਸਾ ਫੈਲਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਹੋਏਗਾ। ਅਤੇ ਬਾਰ-ਬਾਰ ਇਹੋ ਹੀ ਚੇਤਾਵਨੀ ਹੈ ਕਿ ਅੱਜ ਇਹਨਾਂ ਨੇ ਸਾਡੇ ਗੁਰੂ ਸਾਹਿਬਾਨ ਦੇ ਨਾਲ ਇਹ ਕੰਮ ਕੀਤਾ ਹੈ, ਕੱਲ੍ਹ ਕੋਈ ਦੁੱਕੀ ਤਿੱਕੀ ਆਨਸਰ ਉੱਠ ਕੇ ਤੇ ਹੋਰ ਗੁਰੂਆਂ ਦੇ ਬਰਖਲਾਫ ਕੋਈ ਇੱਦਾਂ ਦੀ ਹਰਕਤ ਕਰੇ, ਅਸੀਂ ਉਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਉਹਦੇ ਬਰਖਲਾਫ ਐਕਸ਼ਨ ਲੈਣ ਦੀ ਫੁੱਲ ਤਿਆਰੀ ਰੱਖਾਂਗੇ। ਕਿ ਰਣਜੀਤ ਸਿੰਘ ਢੱਡਰੀਆਂ ਨੇ ਆਪਣੀ ਵੀਡੀਓ ਵਿੱਚ ਇਹ ਗੱਲ ਕਹੀ ਹੈ ਕਿ ਤੁਸੀਂ ਮਾਲਾ ਤੇ ਜਾਂ ਫਿਰ ਟਿੱਕਾ ਲਾਉਣ ਤੇ ਕਿਉਂ ਨਹੀਂ ਟੀਕਾ ਟਿੱਪਣੀ ਕੀਤੀ। ਠੀਕ ਹੈ ਜੀ, ਉਹਨਾਂ ਨੂੰ ਮੈਂ ਦੱਸ ਦਿਆਂ ਕਿ ਉਸ ਟਾਈਮ 'ਚ ਉਹਨਾਂ ਦੇ ਵਿਰੋਧ ਵਿੱਚ ਇਹ ਕੰਮ ਕੀਤਾ ਸੀ, ਮਨੂਵਾਦ ਦੇ ਵਿਰੋਧ 'ਚ ਇਹ ਕੰਮ ਕੀਤਾ ਸੀ ਕਿ ਮੈਂ ਵੀ ਮਾਲਾ ਪਹਿਨ ਸਕਦਾ ਵਾਂ, ਮੈਂ ਵੀ ਟਿੱਕਾ ਲਾ ਸਕਦਾ, ਜੇ ਤੁਸੀਂ ਧੋਤੀ ਟਿੱਕਾ ਲਾ ਸਕਦੇ ਤਾਂ ਅਸੀਂ ਵੀ ਲਗਾ ਸਕਦੇ ਹਾਂ। ਠੀਕ ਆ, ਉਹ ਉਹਨਾਂ ਦਾ ਵਿਰੋਧ ਕਰਨ ਦਾ ਇੱਕ ਤਰੀਕਾ ਸੀ ਤੇ ਅੱਜ ਅਸੀਂ ਪੂਰੇ ਸਮਝਦਾਰ ਹੋ ਚੁੱਕੇ ਹਾਂ। ਸਾਡੀ ਕੌਮ ਪੜ੍ਹ ਲਿਖ ਗਈ ਆ ਤੇ ਅਸੀਂ ਤੁਹਾਡੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਾ ਇਹਨਾਂ ਤੋਂ ਬਿਲਕੁਲ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਾਂ ਤੇ ਇਹ ਹਰਕਤਾਂ ਕਰਨੀਆਂ ਬੰਦ ਕਰ ਦਿਓ, ਨਹੀਂ ਤਾਂ ਇਹਨਾਂ ਦਾ ਅੰਜਾਮ ਤੁਹਾਨੂੰ ਭੁਗਤਣਾ ਪਏਗਾ। ਜੈ ਗੁਰਦੇਵ, ਧੰਨ ਗੁਰਦੇਵ ਜੀ।